ANB 'ਚ ਤੁਹਾਡਾ ਸਵਾਗਤ ਹੈ ਜੀ। 6 ਜੂਨ 1984 ਦਾ ਨਾਮ ਸੁਣਦਿਆਂ ਹੀ ਸਿੱਖਾਂ ਦੇ ਹਿਰਦਿਆਂ ਦੇ ਜ਼ਖਮ ਤਾਜ਼ਾ ਹੋ ਜਾਂਦੇ ਹਨ। 6 ਜੂਨ 1984 ਸਿੱਖਾਂ ਦੇ ਹਿਰਦਿਆਂ ਦੇ ਉੱਤੇ ਐਸੀ ਗਹਿਰੀ ਚੋਟ ਮਾਰ ਗਿਆ ਹੈ ਕਿ ਜਿਸ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਅੱਜ ਅਸੀਂ ਡਾਕਟਰ ਨਰਿੰਦਰ ਸਿੰਘ ਖਾਲਸਾ ਜੀ ਦੇ ਕੋਲ ਪਹੁੰਚੇ ਹਾਂ। ਇਹਨਾਂ ਨੇ SGPC ਦੇ ਵਿੱਚ ਨੌਕਰੀ ਵੀ ਕੀਤੀ ਹੈ। ਇਹਨਾਂ ਦੇ ਕੋਲੋਂ ਜਾਣਦੇ ਹਾਂ, ਇਹਨਾਂ ਨੇ ਸੰਤਾਪ ਵੀ ਹੰਢਾਇਆ ਹੈ 1984 ਦਾ। ਇਹਨਾਂ ਦੇ ਕੋਲੋਂ ਜਾਣਦੇ ਹਾਂ, ਇਹਨਾਂ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ ਕਿ 1984 ਦੇ ਵਿੱਚ ਕੀ ਬੀਤਿਆ ਸੀ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ANB 'ਚ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਇਆਂ ਨੂੰ ਧੰਨਵਾਦ ਤੁਹਾਡਾ। ਤੁਸੀਂ ਗਰੀਬ ਦੇ ਗ੍ਰਹਿ ਵਿਖੇ ਆ ਕੇ ਦਰਸ਼ਨ ਦਿੱਤੇ ਹਨ। ਡਾਕਟਰ ਸਾਹਿਬ ਜੀ, 1984 ਦੇ ਵਿੱਚ ਜੋ ਦੁਖਾਂਤ ਵਾਪਰਿਆ ਉਹ ਤੁਸੀਂ ਆਪਣੀ ਅੱਖੀਂ ਵੇਖਿਆ, ਤੁਸੀਂ ਸੰਤਾਂ ਦੇ ਨਾਲ ਰਹੇ ਹੋ। ਹਾਂਜੀ, ਜੂਨ 1984 ਜਦੋਂ ਦੁਖਾਂਤ ਵਾਪਰਿਆ ਤਾਂ ਉਸ ਸਮੇਂ ਉੱਥੇ ਅਸੀਂ ਮੌਜੂਦ ਸੀ। ਸੰਤਾਂ ਦਾ ਪ੍ਰਚਾਰ ਕਰਨ ਦਾ ਢੰਗ ਇੰਨਾ ਵਧੀਆ ਸੀ, ਉਹਨਾਂ ਦੀ ਮਿਕਨਾਤੀਸੀ ਖਿੱਚ ਐਸੋ ਜੀ ਕਿ ਜਿਹੜਾ ਉਹਨਾਂ ਦੇ ਦੋ ਬੋਲ ਸੁਣ ਲੈਂਦਾ ਉਹਨਾਂ ਦਾ ਹੋ ਕੇ ਰਹਿ ਜਾਂਦਾ ਸੀ। ਅਤੇ ਸੰਤ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਨਾਲ ਵੀ ਸਾਡਾ ਬਹੁਤ ਪਿਆਰ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਅਤੇ ਪਿੰਡਾਂ ਦੇ ਵਿੱਚ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਅਸੀਂ ਜਾਂਦੇ ਰਹੇ। ਅਤੇ ਇਸੇ ਤਰ੍ਹਾਂ ਕਦੀ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਹੋਣਾ ਨੂੰ ਮਿਲਣ ਵੀ ਜਾਂਦੇ ਰਹੇ ਅਤੇ ਸੰਤਾਂ ਦੇ ਵੀ ਦਰਸ਼ਨ ਕਰਦੇ ਰਹੇ। ਸੰਤ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਦੇ ਸੀ ਅਤੇ ਗੌਰਮੈਂਟ ਨੂੰ ਕੀ ਲੋੜ ਪੈ ਗਈ ਉਹਨਾਂ ਦੇ ਉੱਤੇ ਅਟੈਕ ਕਰਨ ਦੀ? ਕੀ ਗੱਲ ਉਹ ਹਥਿਆਰ ਵੀ ਰੱਖਦੇ ਸੀ ਜਾਂ ਕੋਈ ਖਾਲਿਸਤਾਨ ਦੀ ਮੰਗ ਕਰਦੇ ਸੀ? ਉਹਨਾਂ ਦੀ ਕੀ ਮੰਗਾਂ ਸੀ? ਸੰਤਾਂ ਮਹਾਂਪੁਰਸ਼ਾਂ ਦਾ ਪ੍ਰਚਾਰ ਸਿਰਫ ਅਤੇ ਸਿਰਫ ਸਿੰਘਾਂ ਨੂੰ ਅੰਮ੍ਰਿਤ ਛਕਾਉਣਾ, ਗੁਰਬਾਣੀ ਨਾਲ ਜੋੜਨਾ, ਇਹੀ ਸੀ। ਬਾਕੀ ਉਹਨਾਂ ਦੀ ਖਾਲਿਸਤਾਨ ਦੀ ਮੰਗ ਕੋਈ ਨਹੀਂ ਸੀ। ਪਰ ਜਿਹੜੀ ਆਪਣੇ ਅਕਿਰਤ ਘਨ, ਇਹ ਜਿਹੜੀ ਤਤਕਾਲੀ ਉਸ ਵੇਲੇ ਦੀ ਇੰਦਰਾ ਦੀ ਸਰਕਾਰ, ਉਹ ਜਿਹੜੀ ਅੰਮ੍ਰਿਤਧਾਰੀ ਸਿੰਘਾਂ ਨੂੰ ਵੀ ਅੱਤਵਾਦੀਆਂ ਦੇ ਰੂਪ ਵਿੱਚ ਹੀ ਦੇਖਦੀ ਸੀ। ਉਸ ਨੂੰ ਉਹ ਕਦੇ ਵੀ ਅਜੇ ਭਾਉਂਦਾ ਨਹੀਂ ਸੀ ਕਿ ਸੰਤ ਜਿਹੜਾ ਇਹੋ ਜਿਹਾ ਪ੍ਰਚਾਰ ਕਰਨ। ਜਦ ਕਿ ਸੰਤਾਂ ਦਾ ਪ੍ਰਚਾਰ ਕਿਸੇ ਧਰਮ, ਜਾਤ ਪਾਤ ਦੇ ਵਿਰੁੱਧ ਨਹੀਂ ਸੀ। ਉਹ ਸੰਤ ਹਮੇਸ਼ਾ ਕਿਹਾ ਕਰਦੇ ਸਨ ਕਿ ਹਿੰਦੂ ਸੱਚਾ ਹਿੰਦੂ ਬਣੇ, ਸਿੱਖ ਸੱਚਾ ਸਿੱਖ ਬਣੇ, ਮੁਸਲਮਾਨ ਸਹੀ ਤਰੀਕੇ ਨਾਲ ਮੁਸਲਮਾਨ ਬਣੇ, ਸਹੀ ਮਹੀਨਿਆਂ ਵਿੱਚ 5 ਨਮਾਜ਼ਾਂ ਦਾ ਧਾਰਨੀ ਹੋਵੇ, ਅਤੇ ਜੇ ਈਸਾਈ ਹੈ ਤਾਂ ਉਹ ਆਪਣੇ ਧਰਮ ਵਿੱਚ ਪਰਪੱਕ ਹੋਵੇ। ਜੇ ਇਹ ਸਾਰੇ ਆਪਣੇ ਧਰਮਾਂ ਦੇ ਵਿੱਚ ਪਰਪੱਕ ਹੋਣਗੇ ਤਾਂ ਮੈਂ ਇਹਨਾਂ ਦੇ ਚਰਨ ਵੀ ਧੋ ਕੇ ਪੀਣ ਨੂੰ ਤਿਆਰ ਹਾਂ। ਅਤੇ ਉਹਨਾਂ ਦਾ ਕਿਸੇ ਵੀ ਹਿੰਦੂ, ਖਾਸ ਕਰਕੇ ਹਿੰਦੂ ਕਮਿਊਨਿਟੀ ਦੇ ਨਾਲ ਕੋਈ ਵੀ ਉਹਨਾਂ ਦਾ ਦੁਸ਼ਮਣੀ ਨਹੀਂ ਸੀ ਹੈਗੀ। ਇੱਥੋਂ ਤੱਕ ਕਿ ਸ਼ਹੀਦ ਭਾਈ ਅਮਰੀਕ ਸਿੰਘ ਜਦ ਗੁਰਦਾਸਪੁਰ, ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਥਾਰਾ ਸਿੰਘ ਜੀ ਜਦ ਗੁਰਦਾਸਪੁਰ ਦੀ ਜੇਲ੍ਹ ਵਿੱਚ ਸਨ ਤਾਂ ਉਹਨਾਂ ਨੇ ਸੰਤਾਂ ਦੇ ਨਾਲ ਸਲਾਹ ਕਰਕੇ ਹਿੰਦੂਆਂ ਵਾਸਤੇ ਉੱਥੇ ਉਦੋਂ ਉਸ ਵੇਲੇ ਮੰਦਿਰ ਨਹੀਂ ਸੀ ਹੁੰਦਾ ਤਾਂ ਉਹਨਾਂ ਨੂੰ ਆਪਣੇ ਖਰਚੇ 'ਤੇ ਮੰਦਿਰ ਬਣਾਉਣਾ ਤਿਆਰ ਕਰਵਾ ਕੇ ਦਿੱਤਾ। ਸੰਤਾਂ ਦੀ ਕੋਈ ਸੂਬਿਆਂ ਨੂੰ ਆਜ਼ਾਦ ਕਰਾਉਣ ਵਾਸਤੇ, ਸੂਬਿਆਂ ਦੀਆਂ ਆਪਣੀਆਂ ਹੱਕਾਂ ਵਾਸਤੇ ਵੀ ਕੋਈ ਡਿਮਾਂਡ ਸੀ? ਡਿਮਾਂਡ ਵੀ ਕਹਿ ਸਕਦੇ ਹਾਂ, ਕਿਉਂਕਿ ਧਰਮ ਯੁੱਧ ਮੋਰਚਾ ਜਿਹੜਾ ਅਖੌਤੀ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਗਿਆ, ਜਿਸ ਨੂੰ ਕਿ ਧਰਮ ਯੁੱਧ ਦਾ ਨਾਂ ਦਿੱਤਾ ਗਿਆ। ਵੈਸੇ ਕਿ ਸਹੀ ਮਾਇਨੇ ਦੇ ਵਿੱਚ ਧਰਮ ਯੁੱਧ ਨਹੀਂ ਉਹਨੂੰ ਕਹਿ ਸਕਦੇ, ਇਹ ਕੁਰਸੀ ਯੁੱਧ ਹੀ। ਕਿਉਂਕਿ ਇਹਨਾਂ ਨੂੰ ਜਦੋਂ ਵੀ ਇਹਨਾਂ ਦੀ ਕੁਰਸੀ ਖਿਸਕਦੀ ਸੀ, ਇਹਨਾਂ ਨੇ ਲੋਕਾਂ ਨੂੰ, ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਧਰਮ ਦੇ ਨਾਂ 'ਤੇ ਇਕੱਠਿਆਂ ਕੀਤਾ। ਉਸੇ ਤਹਿਤ ਹੀ ਇਹਨਾਂ ਨੇ ਜਿਹੜਾ ਉਹ ਧਰਮ ਯੁੱਧ ਮੋਰਚਾ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ 'ਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਜਿਹੜਾ ਉਹ ਮੋਰਚਾ ਲਗਾਇਆ, ਉਹਦੀ ਸੰਤਾਂ ਨੇ ਡਟ ਕੇ ਹਮਾਇਤ ਕੀਤੀ। ਗੌਰਮੈਂਟ ਨੇ ਕਿਉਂ ਅਟੈਕ ਕੀਤਾ ਇੱਥੇ? ਕੋਈ ਸੰਤਾਂ ਨੂੰ, ਜੇ ਕੋਈ ਸੰਤਾਂ ਦੇ ਕੋਈ ਗੱਲ ਸੀ ਤਾਂ ਪੁਲਿਸ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਸੀ, ਪਰ ਸਿੱਧਾ ਕੀ ਪ੍ਰੋਬਲਮ ਆ ਗਈ ਗੌਰਮੈਂਟ ਨੂੰ ਅਟੈਕ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ? ਇਹਨਾਂ ਦੀਆਂ ਸਰਕਾਰਾਂ ਦੀ, ਸੈਂਟਰ ਸਰਕਾਰ ਦੀ ਸਮੇਂ ਸ਼ੁਰੂ ਤੋਂ ਹੀ ਜਿਹੜੀ ਸਿੱਖਾਂ ਦੇ ਨਾਲ ਵਿਤਕਰੇ ਦੀ ਹੈ ਜਿਹੜੀ ਦਾਸਤਾਂ 1984 ਤੋਂ ਹੀ ਸ਼ੁਰੂ ਹੋ ਜਾਂਦੀ, 1947 ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦ 2% ਗਿਣਤੀ ਹੋਣ ਦੇ ਬਾਵਜੂਦ
ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਸਿੱਖਾਂ ਨੇ 93% ਕੁਰਬਾਨੀਆਂ ਕੀਤੀਆਂ ਅਤੇ ਉਸ ਦਾ ਕੋਈ ਜਿਹੜਾ ਸਿਲਾ ਦੇਣ ਦੀ ਬਜਾਏ ਇਹ ਇਨਾਮ ਦਿੱਤਾ ਗਿਆ ਕਿ ਸਿੱਖ ਇੱਕ ਜਰਾਇਮ ਪੇਸ਼ ਕੌਮ ਹੈ, ਇਸ ਦੇ ਨਿਗਰਾਨੀ ਕੀਤੀ ਜਾਵੇ। ਖਾਸ ਕਰਕੇ ਡੀਸੀਆਂ ਨੂੰ ਜਿਹੜੇ ਆਰਡਰ ਇਸ਼ੂ ਕੀਤੇ ਗਏ। ਤੁਸੀਂ ਵੀ ਉਸ ਟਾਈਮ ਦੇ ਉੱਤੇ ਹਥਿਆਰ ਚੁੱਕੇ ਸੀ, ਤੁਸੀਂ ਸੰਤਾਂ ਦੇ ਨਾਲ ਮੋਰਚਾ ਸੰਭਾਲਿਆ ਸੀ। ਜਦ ਅਸਾਰ ਬਣ ਗਿਆ ਕਿ ਹੁਣ ਜਿਹੜੀ ਸਰਕਾਰ ਹੈ ਇਹ ਦਰਬਾਰ ਸਾਹਿਬ 'ਤੇ ਅਟੈਕ ਕਰੇਗੀ ਤਾਂ ਕੋਈ ਵੀ ਗੁਰੂ ਨਾਲ ਪਿਆਰ ਰੱਖਣ ਵਾਲਾ ਸਿੱਖ ਜਿਹੜਾ ਹੈ ਉਹ ਚੁੱਪ ਕਰਕੇ ਘਰ ਨਹੀਂ ਬੈਠ ਸਕਦਾ। ਤਾਂ ਗੁਰੂ ਦਾ ਫਰਮਾਨ ਹੈ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟਾ ਸੰਗ ਕਰੇ ਕਿਰਪਾਨ। ਤਾਂ ਅਸੀਂ ਆਪਣੇ ਜਿਹੜਾ ਸਾਡਾ ਮੱਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਸ ਨੂੰ ਸਰਕਾਰ ਵੱਲੋਂ ਢਹਿ ਢੇਰੀ ਹੁੰਦਾ ਕਿਵੇਂ ਵੇਖ ਸਕਦੇ ਸਾਂ। ਇਸ ਨਾਲ ਤਾਂ ਸਾਨੂੰ ਮਰਨਾ ਹੀ ਚੰਗਾ ਸੀ। ਸ੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ ਹੈ ਕਿ ਉਸ ਸਮੇਂ ਉੱਥੋਂ ਦਾ ਕਿਸ ਤਰ੍ਹਾਂ ਦਾ ਮਾਹੌਲ ਸੀ? ਤੁਸੀਂ ਮੋਰਚਾ ਉੱਥੇ ਸੰਭਾਲਿਆ ਸੀ ਤੇ ਸੰਤ ਵੀ ਉੱਥੇ ਜਿਹੜੇ ਮੌਜੂਦ ਸੀ? ਹਾਂ ਬਿਲਕੁਲ, ਸੰਤ ਉੱਥੇ ਮੌਜੂਦ ਸੀ। ਸੰਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਵੇਲੇ ਅਗਵਾਈ ਕਰ ਰਿਹਾ ਸੀ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਸੁੱਤਿਆਂ ਪਿਆ ਗੌਰਮੈਂਟ ਨੇ ਬਿਨਾਂ ਕੋਈ ਵਾਰਨਿੰਗ ਦਿੱਤਿਆਂ 4 ਜੂਨ 1984 ਵਾਲੇ ਦਿਨ ਤੜਕੇ 4 ਵਜੇ ਦੇ ਕਰੀਬ ਜਿਹੜਾ ਹੈ ਬਿਨਾਂ ਕੋਈ ਵਾਰਨਿੰਗ ਦਿੱਤਿਆਂ ਤੋਪਾਂ ਦੇ ਗੋਲਿਆਂ ਦੇ ਨਾਲ ਅਟੈਕ ਕਰ ਦਿੱਤਾ, ਹਮਲੇ ਦੀ ਸ਼ੁਰੂਆਤ ਕਰ ਦਿੱਤੀ। ਅਤੇ ਉਸ ਵੇਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੌਜੂਦ ਸਨ ਅਤੇ ਉਹਨਾਂ ਨੇ ਉੱਥੇ ਹੀ ਮੋਰਚੇ ਦੀ ਕਮਾਨ ਸੰਭਾਲ ਲਈ। ਉੱਥੇ ਕਿੰਨੇ ਕੁ ਹਥਿਆਰ ਸੀ ਜੀ? ਗੌਰਮੈਂਟ ਵੱਲੋਂ ਦੱਸਿਆ ਜਾਂਦਾ ਵੀ ਇੱਥੇ ਹਥਿਆਰਾਂ ਦਾ ਜਗੀਰਾ ਸੀ, ਇਹਨਾਂ ਦੇ ਕੋਲ ਬਹੁਤ ਜ਼ਿਆਦਾ ਹਥਿਆਰ ਸੀ। ਅਤੇ ਉਹ ਕੀ ਉੱਥੇ ਤੁਸੀਂ ਕਿੰਨੇ ਕੁ ਹਥਿਆਰ ਵੇਖੇ? ਉੱਥੇ ਤਾਂ ਕੁਝ ਚੁਣਿੰਦਾ ਹਥਿਆਰ ਸੀ। ਗੌਰਮੈਂਟ ਵੱਲੋਂ ਜੋ ਜ਼ਖੀਰੇ ਵਿਖਾਏ ਗਏ ਉਹ ਬਾਅਦ ਵਿੱਚ ਜਿਹੜੇ ਫੌਜ ਦੇ ਹਥਿਆਰ ਉੱਥੇ ਜਿਹੜੀ ਫੌਜਦਾਨ 17-18 ਹਜ਼ਾਰ ਦੇ ਕਰੀਬ ਫੌਜ ਮਰੀ ਆ, ਉਹਨਾਂ ਦੇ ਹਥਿਆਰ ਹੱਥ ਗੋਲੇ ਦੂਜੇ ਤੀਜੇ ਸਭ ਉਹਨਾਂ ਨੇ ਵਿਖਾ ਕੇ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਖਾਤੇ 'ਚ ਪਾ ਦਿੱਤੇ ਗਏ। ਜਦ ਕਿ ਉਹਨਾਂ ਦੇ ਕੋਲ ਸਿਰਫ ਰਵਾਇਤੀ ਨਾਲੀਆਂ ਦਨਾਲੀਆਂ 315 ਉਹ ਵੀ ਲਾਇਸੈਂਸੀ ਗੌਰਮੈਂਟ ਵੱਲੋਂ ਲਾਇਸੈਂਸ ਸ਼ੁਦਾ ਹਥਿਆਰ ਹੀ ਸਨ। ਉਹਨਾਂ ਦੇ ਨਾਲ ਹੀ ਗੁਰੂ ਕਿਰਪਾ ਦੇ ਨਾਲ ਸਿੰਘ ਜਿਹੜੇ ਆ ਉਹ ਜੂਝੇ ਹਨ। ਉੱਥੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਨੇ ਮਰਜੀਵੜਿਆਂ ਦੀ ਕੌਮ ਤਿਆਰ ਕੀਤੀ ਸੀ, ਉਹਨਾਂ ਨੇ ਭਰਤੀ ਕੀਤੀ ਸੀ। ਕੀ ਮਰਜੀਵੜਿਆਂ ਨੇ ਵੀ ਅੱਗੇ ਹੋ ਕੇ ਮੋਰਚਾ ਸੰਭਾਲਿਆ? ਸ਼੍ਰੋਮਣੀ ਅਕਾਲੀ ਦਲ ਦਾ ਕੀ ਰੋਲ ਰਿਹਾ ਆ ਉਸ ਅਟੈਕ ਦੇ ਦੌਰਾਨ? ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਮਰਜੀਵੜਿਆਂ ਦੀ 1 ਲੱਖ ਮਰਜੀਵੜਿਆਂ ਦੀ ਜਿਹੜੀ ਭਰਤੀ ਕੀਤੀ ਗਈ ਸੀ ਉਹ ਸਿਰਫ ਲੋਕਾਂ ਦੇ ਵਿੱਚ ਲੋਕ ਵਿਖਾਵਾ ਕਰਨ ਵਾਸਤੇ ਕੀਤੀ ਗਈ ਸੀ ਜਾਂ ਸਰਕਾਰ 'ਤੇ ਆਪਣਾ ਸ਼ਾਇਦ ਦਬਾਅ ਬਣਾਉਣ ਵਾਸਤੇ ਕੀਤੀ ਗਈ ਹੋਏਗੀ ਕਿ ਅਸੀਂ ਵੀ ਚੁੱਪ ਕਰਕੇ ਨਹੀਂ ਬੈਠਾਂਗੇ। ਅਤੇ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਗਰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਜਿਹੜੀ ਫੌਜ ਆ ਉਹ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਜਾਏਗੀ। ਜਦ ਕਿ ਸੱਚਾਈ ਇਹ ਹੈ ਕਿ ਜਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ ਤਾਂ ਉਹਨਾਂ ਮਰਜੀਵਿਆਂ ਦੇ ਵਿੱਚੋਂ ਇੱਕ ਹੀ ਮੈਦਾਨ ਵਿੱਚ ਨਹੀਂ ਨਿਤਰਿਆ। ਅਤੇ ਜਿਹੜੀ ਅਕਾਲੀ ਲੀਡਰਸ਼ਿਪ ਇਹ ਕਹਿੰਦੀ ਸੀ ਕਿ ਸਾਡੀਆਂ ਲਾਸ਼ਾਂ ਦੇ ਉੱਤੋਂ ਟੱਪ ਕੇ ਫੌਜ ਅੰਦਰ ਜਾਏਗੀ, ਉਹ ਆਪਣੀ ਸ਼ਾਇਦ ਸੁਰੱਖਿਆ ਦੇ ਕਰਕੇ ਜਾਂ ਕਿਸ ਤਰ੍ਹਾਂ ਉਹ ਮਿਲਟਰੀ ਦੇ ਟੈਂਕਾਂ ਦੇ ਵਿੱਚ ਬੈਠ ਕੇ ਬਾਹਰ ਨਿਕਲੀ। ਮਿਲਟਰੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ? ਉਹ ਗ੍ਰਿਫਤਾਰ ਕਰਨ ਦਾ ਸਿਰਫ ਇੱਕ ਡਰਾਮਾ ਸੀ। ਇਹ ਸਾਰੀ ਤੇ ਇਹਨਾਂ ਦੀ ਪਹਿਲਾਂ ਹੀ ਗਿਣੀ ਮਿਥੀ ਸਾਜ਼ਿਸ਼ ਸੀ। ਇਹਨਾਂ ਨੇ ਖੁਦ ਆਪ ਇਨਵਾਈਟ ਕੀਤਾ ਮਿਲਟਰੀ ਨੂੰ, ਨਹੀਂ ਤਾਂ ਮਿਲਟਰੀ ਦੀ ਜਾਂ ਇੰਦਰਾ ਗਾਂਧੀ ਦੀ ਜ਼ਰੂਰਤ ਨਾ ਪੈਂਦੀ ਕਿ ਉਹ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਦੀ। ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਜਾਂਦਾ ਹੈ ਉਸ ਸਮੇਂ ਉੱਥੇ ਕਿਸ ਤਰ੍ਹਾਂ ਦਾ ਮਾਹੌਲ, ਕਿੰਨੀ ਕੁ ਉੱਥੇ ਗੋਲਾਬਾਰੀ ਜਿਹੜੀ ਆ ਉਹ ਚੱਲ ਰਹੀ ਸੀ? ਕੁਝ ਜਿਹੜੇ ਗੋਲੇ ਆ ਉਹ ਅਕਾਲ ਤਖਤ ਸਾਹਿਬ ਨੂੰ ਜਿਹੜੇ ਆ ਢਹਿ ਢੇਰੀ ਕੀਤਾ ਗਿਆ, ਦਰਬਾਰ ਸਾਹਿਬ ਦੇ ਉੱਤੇ ਵੀ ਜਿਹੜੇ ਉਹ ਗੋਲੇ ਲੱਗੇ ਸੀ। ਅਕਾਲ ਤਖਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕੀਤਾ ਗਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਗੋਲੀਆਂ ਚਲਾਈਆਂ ਗਈਆਂ ਅਤੇ ਉੱਥੇ ਸ਼ਸ਼ੋਭਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਰੀਰ ਨੂੰ ਵੀ ਗੋਲੀਆਂ ਲੱਗੀਆਂ ਹਨ। ਅਤੇ ਉੱਤੇ ਕਿੰਨੇ ਕੁ ਜਿਹੜੀ ਸੰਗਤ ਹੈ ਦਰਬਾਰ ਸਾਹਿਬ ਦੇ ਵਿੱਚ ਉਸ ਸਮੇਂ ਦੇ ਕਿੰਨੀ ਕੁ ਸੰਗਤ ਮੌਜੂਦ ਸੀ? ਅਤੇ ਫੌਜ ਵੱਲੋਂ ਕੋਈ ਸੰਗਤ ਨੂੰ ਬਾਹਰ ਨਿਕਲ ਜਾਣ ਦਾ ਆਰਡਰ ਕੀਤਾ ਗਿਆ ਜਾਂ ਉਹਨੂੰ ਜਿਹੜੀ ਸੰਗਤ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਿ ਜਾਂ ਉਹ ਸੰਗਤ ਅੰਦਰ ਹੀ ਰਹੀ? ਇਹ 3 ਜੂਨ 1984 ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ। ਇੱਕ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਉਸ ਦੇ ਕਰਕੇ ਵੀ ਸੰਗਤਾਂ ਦੀ ਬਹੁਤ ਆਸ ਸੀ। ਦੂਜਾ
ਸ਼ਹੀਦੀ ਗੁਰਪੁਰਬ ਹੋਣ ਕਰਕੇ ਸੰਗਤਾਂ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹੋਈਆਂ ਸਨ, ਬੱਚੇ, ਬੁੱਢੇ, ਬਜ਼ੁਰਗ, ਮਾਤਾਵਾਂ, ਭੈਣਾਂ। ਇਸ ਕਰਕੇ ਬਹੁਤ ਜ਼ਿਆਦਾ ਹੀ ਸੰਗਤ ਸੀ ਤੇ ਗੌਰਮੈਂਟ ਵੱਲੋਂ ਵੀ ਜਾਣ ਬੁੱਝ ਕੇ ਇਹ ਦਿਨ ਮਿਥਿਆ ਗਿਆ ਕਿ ਵੱਧ ਤੋਂ ਵੱਧ ਇਹਨਾਂ ਦਾ ਸਿੱਖ ਕੌਮ ਦਾ ਘਾਣ ਕੀਤਾ ਜਾਵੇ, ਬੱਚਿਆਂ, ਬੁੱਢਿਆਂ, ਬਜ਼ੁਰਗਾਂ, ਨੌਜਵਾਨ ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ ਅਤੇ ਇਹਨਾਂ ਦਾ ਘਾਣ ਕੀਤਾ ਜਾਵੇ। ਇਸੇ ਦੇ ਤਹਿਤ ਹੀ ਜਿਹੜੇ ਇਨੋਸੈਂਟ ਲੋਕ ਸੀ, ਜਿਨ੍ਹਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ, ਸਿਰਫ ਤੇ ਸਿਰਫ ਦਰਸ਼ਨ ਕਰਨ ਗਏ ਸੀ, ਉਹਨਾਂ ਨੂੰ ਗ੍ਰਿਫਤਾਰ ਕਰਕੇ ਸਰਾਂ ਸ੍ਰੀ ਗੁਰੂ ਰਾਮਦਾਸ ਵਿਖੇ ਲਿਜਾਇਆ ਗਿਆ ਅਤੇ ਉੱਥੇ ਮੈਂ ਆਪਣੀ ਅੱਖੀਂ ਦੇਖਿਆ ਕਿ ਜੋ ਸ਼ੀਰਖੋਰ ਬੱਚੇ, ਬਿਲਕੁਲ ਛੋਟੇ ਛੋਟੇ ਮਾਸੂਮ ਬੱਚੇ, ਜਿਨ੍ਹਾਂ ਦਾ ਇਸ ਸੰਘਰਸ਼ ਦੇ ਨਾਲ ਕੋਈ ਵਾਹ ਵਾਸਤਾ ਸੀ ਨਾ, ਉਹਨਾਂ ਨੂੰ ਕੋਈ ਸਮਝ ਸੀ, ਉਹਨਾਂ ਨੂੰ ਦੋਨਾਂ ਲੱਤਾਂ ਤੋਂ ਫੜ ਕੇ ਸੈਂਟਰ ਦੇ ਵਿੱਚੋਂ ਪਾੜ ਦਿੱਤਾ ਗਿਆ। ਕੁਝ ਨੂੰ ਫੜ ਕੇ ਉਹਨਾਂ ਦੇ ਸਿਰ ਜਿਹੜੇ ਕੰਧਾਂ ਦੇ ਨਾਲ ਪਟਕਾ ਕੇ ਮਾਰ ਕੇ ਸ਼ਹੀਦ ਕੀਤੇ ਜਾਵੇ। ਕਿ ਉਹਨਾਂ ਦੇ ਕੋਲ ਕਿਹੜੇ ਹਥਿਆਰ ਸੀ ਜਾਂ ਕਿੱਧਰ ਦੇ ਉਹ ਅੱਤਵਾਦੀ ਸੀ ਜਿਹੜੇ ਕੋਈ ਸਵਾ ਮਹੀਨੇ ਦਾ ਸੀ, ਕੋਈ ਮਹੀਨੇ ਦਾ ਸੀ, ਕੋਈ 2 ਮਹੀਨੇ ਦਾ ਸੀ। ਇੱਥੋਂ ਤੱਕ ਕਿ ਇੱਕ ਸ਼ਹੀਦ ਭਾਈ ਰਛਪਾਲ ਸਿੰਘ ਜੀ ਜੋ ਸੰਤਾਂ ਦੇ ਪੀਏ ਸਨ, ਉਹਨਾਂ ਦਾ 18 ਦਿਨ ਦਾ ਬੱਚਾ, ਉਸ ਨੂੰ ਵੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ ਜੀ, ਉਸ ਸਮੇਂ ਦੇ ਉੱਤੇ ਤੁਸੀਂ ਮੋਰਚਾ ਸੰਭਾਲਿਆ ਸੀ? ਬਿਲਕੁਲ ਜੀ, ਮੋਰਚਾ ਸੰਭਾਲਣਾ ਸਾਡਾ ਫਰਜ਼ ਬਣਦਾ ਸੀ। ਜਦੋਂ ਸਾਡੇ ਘਰ ਦੇ ਉੱਤੇ, ਸਾਡੇ ਇਸ਼ਟ ਦੇ ਉੱਤੇ, ਸਾਡੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਸਰਕਾਰ ਵੱਲੋਂ ਬਿਨਾਂ ਕਿਸੇ ਕਾਰਨ ਦੇ ਹੱਲਾ ਬੋਲਿਆ ਗਿਆ, ਬੇਹੁਰਮਤੀ ਕੀਤੀ ਗਈ, ਤਾਂ ਫਿਰ ਅਸੀਂ ਚੁੱਪ ਕਿੱਦਾਂ ਬਹਿ ਸਕਦੇ ਹਾਂ? ਸਤਿਗੁਰ ਦਾ ਫਰਮਾਨ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟਾ ਸੰਗ ਕੇ ਕਰੇ ਕਿਰਪਾਨ, ਤੇ ਸਾਡਾ ਉੱਥੇ ਜਾਣਾ ਸੁਭਾਵਿਕ ਸੀ। ਜਨਰਲ ਸ਼ਬੇਗ ਸਿੰਘ ਦਾ ਵੀ ਕੋਈ ਰੋਲ ਹੈਗਾ ਜੀ ਉੱਥੇ? ਜਨਰਲ ਸ਼ਬੇਗ ਸਿੰਘ ਦਾ ਸਭ ਤੋਂ ਵੱਡਾ ਰੋਲ ਉੱਥੇ ਜੋ ਉਹਨਾਂ ਨੇ ਮੋਰਤਾਬੰਦੀ ਕੀਤੀ ਹੈ। ਜਨਰਲ ਸ਼ਬੇਗ ਸਿੰਘ ਦਾ ਮੈਂ ਤੁਹਾਨੂੰ ਪਰਿਵਾਰਕ ਪਿਛੋਕੜ ਵੀ ਦੱਸ ਦਿਆਂ ਕਿ ਇਹਨਾਂ ਦਾ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਖਿਆਲਾ ਹੈ ਅਤੇ ਭਾਈ ਮਹਿਤਾਬ ਸਿੰਘ ਮੀਰਾਂਕੋਟ, ਜਿਨ੍ਹਾਂ ਨੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਸੇ ਰੰਗੜ ਵੱਲੋਂ ਕੰਜਰੀ ਨਚਾਏ ਜਾਣ ਤੇ ਉਸ ਦਾ ਸਿਰ ਧੜ ਨੂੰ ਅਲੱਗ ਕੱਟ ਕੇ ਨੇਜੇ ਤੇ ਟੰਗ ਕੇ ਬੀਕਾਨੇਰ ਵਿੱਚ ਖੜਿਆ ਸੀ, ਉਹਨਾਂ ਦੇ ਹੀ ਇਹ ਸ਼ਹੀਦ ਭਾਈ ਸ਼ਬੇਗ ਸਿੰਘ, ਜਨਰਲ ਸ਼ਬੇਗ ਸਿੰਘ ਜੀ, ਉਹਨਾਂ ਦੇ ਹੀ ਵੰਸ਼ਜ ਹਨ ਅਤੇ ਉਹਨਾਂ ਨੇ ਆਪਣਾ ਰੋਲ ਬਾਖੂਬੀ ਨਿਭਾਇਆ ਅਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਸੀ ਜਿਸ ਤਰ੍ਹਾਂ ਉਹਨਾਂ ਇੱਥੇ ਕੀਤਾ। ਦਰਬਾਰ ਸਾਹਿਬ ਦੇ ਉੱਤੇ ਜਦੋਂ ਅਟੈਕ ਹੁੰਦਾ ਹੈ, ਫਿਰ ਉਸ ਸਮੇਂ ਜਿਹੜਾ ਹੈ ਸੰਤ ਸ਼ਹੀਦ ਹੋ ਜਾਂਦੇ ਨੇ ਕਿ ਜਾਂ ਬਚ ਕੇ ਨਿਕਲ ਗਏ ਸੀ? ਦੇਖੋ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਸ਼ਹੀਦ ਹੋਏ ਹਨ। ਬਾਹਰ ਨਿਕਲ ਕੇ ਜਾਣ ਵਾਲੀਆਂ ਗੱਲਾਂ ਸਰਕਾਰ ਵੱਲੋਂ ਖਰੀਦੇ ਹੋਏ ਲੋਕ ਕਰ ਰਹੇ ਹਨ ਅਤੇ ਕੁਝ ਸਰਕਾਰ ਵੱਲੋਂ ਸੰਤਾਂ ਦੀ ਸ਼ਹੀਦੀ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਦੇ ਮਤਲਬ ਸੰਦਰਭ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਅਫਵਾਹਾਂ ਫੈਲਾਈਆਂ ਗਈਆਂ ਹਨ। ਕਿਉਂਕਿ 5 ਜੂਨ 1984 ਵਾਲੀ ਸ਼ਾਮ ਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ, ਜਿਨ੍ਹਾਂ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਬਾਬਾ ਥਾਰਾ ਸਿੰਘ ਜੀ, ਸ਼ਹੀਦ ਜਨਰਲ ਸ਼ਬੇਗ ਸਿੰਘ ਜੀ ਅਤੇ ਹੋਰ ਸਿੰਘਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸੰਤ ਜੀ ਤੁਸੀਂ ਇਹ ਜਗ੍ਹਾ ਛੱਡ ਕੇ ਚਲੇ ਜਾਓ ਤੇ ਤੁਹਾਡੀ ਪੰਥ ਨੂੰ ਬਹੁਤ ਲੋੜ ਹੈ। ਸੰਤਾਂ ਨੇ ਉਹਨਾਂ ਦਾ ਜਿਹੜਾ ਪ੍ਰਪੋਜ਼ਲ ਸੀ ਉਹ ਨਿਮਰਤਾ ਸਹਿਤ ਜਿਹੜਾ ਅਸਵੀਕਾਰ ਕਰ ਦਿੱਤਾ। ਜਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਮੌਕਾ ਪ੍ਰਦਾਨ ਵੀ ਕੀਤਾ ਗਿਆ ਅਤੇ ਹੁਕਮ ਵੀ ਕੀਤਾ ਗਿਆ ਕਿ ਤੁਸੀਂ ਛੱਡ ਕੇ ਚਲੇ ਜਾਓ, ਉਸ ਵੇਲੇ ਉਹਨਾਂ ਨੇ ਬੜੀ ਨਿਮਰਤਾ ਸਹਿਤ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਮੰਨਣ ਤੋਂ ਨਾ ਕਰ ਦਿੱਤੀ। ਤਾਂ ਫਿਰ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਬਾਅਦ ਦੇ ਵਿੱਚ ਜਿਹੜਾ ਉਹ ਰਣ ਤੱਤੇ ਦੇ ਵਿੱਚੋਂ ਹੱਥ ਖੜੇ ਕਰਕੇ ਜਾਂ ਲੁਕ ਛਿਪ ਕੇ ਬਾਹਰ ਨਿਕਲ ਜਾਂਦੇ। ਇਸ ਵਾਸਤੇ ਉਹਨਾਂ ਨੇ ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ, ਜਿਸ ਵਿੱਚ ਬੀਬੀ ਪ੍ਰੀਤਮ ਕੌਰ ਉਸਦੇ ਚਸ਼ਮਦੀਦ ਗਵਾਹ ਨੇ, ਜੋ ਕਿ ਸ਼ਹੀਦ ਭਾਈ ਰਛਪਾਲ ਸਿੰਘ ਜੀ ਜੋ ਕਿ ਸੰਤਾਂ ਮਹਾਂਪੁਰਸ਼ਾਂ ਦੇ ਪੀਏ ਵੀ ਸਨ, ਉਹਨਾਂ ਨੇ ਆਪਣੀ ਅੱਖੀਂ ਵੇਖਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਤਰ ਕੇ ਪੌੜੀਆਂ ਉਤਰ ਕੇ ਨਾਲ ਉਹਨਾਂ ਦੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਨ ਅਤੇ ਉਹਨਾਂ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਜੀ ਉਤਰ ਕੇ ਆ ਕੇ ਮੈਦਾਨੇ ਜੰਗ ਦੇ ਵਿੱਚ ਜਿੱਥੇ 2 ਨਿਸ਼ਾਨ ਸਾਹਿਬ ਹਨ ਉੱਥੇ ਆ ਕੇ ਰਣ ਤੱਤੇ ਵਿੱਚ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ।
ਤੁਸੀਂ ਫਿਰ ਉੱਥੋਂ ਬਚ ਕੇ ਨਿਕਲ ਗਏ ਕਿ ਜਾਂ ਤੁਹਾਨੂੰ ਆਰਮੀ ਵੱਲੋਂ ਗ੍ਰਿਫਤਾਰ ਕੀਤਾ ਗਿਆ? ਤੁਸੀਂ ਉਸ ਸਮੇਂ ਜਿਹੜਾ ਹੈ ਉਹ ਕਿਸ ਤਰ੍ਹਾਂ ਉਹ ਉੱਥੋਂ ਦਰਬਾਰ ਸਾਹਿਬ ਦੇ ਤੋਂ ਬਾਹਰ ਨਿਕਲੇ ਅਤੇ ਕੀ ਤੁਹਾਡੇ 'ਤੇ ਕੋਈ ਤਸ਼ੱਦਦ ਵੀ ਢਾਇਆ ਗਿਆ? ਆਰਮੀ ਵੱਲੋਂ ਸਭ ਤੋਂ ਪਹਿਲਾਂ ਤਾਂ ਪਾਣੀ ਵਾਲੀਆਂ ਟੈਂਕੀਆਂ ਤੋੜੀਆਂ ਗਈਆਂ। ਜਿਹੜੀ ਸੰਗਤ ਸੀ ਉਹ ਬਹੁਤ ਹੀ ਪਾਣੀ ਖੁਣੋਂ ਬੇਹਾਲ ਸੀ। ਗਰਮੀ ਉਹਨਾਂ ਦਿਨਾਂ ਵਿੱਚ ਅੱਤ ਦੀ ਗਰਮੀ ਸੀ, ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਸੀ ਅਤੇ ਫੌਜ ਦੇ ਵੱਲੋਂ ਜ਼ਹਿਰੀਲੀਆਂ ਗੈਸਾਂ, ਟੀਅਰ ਗੈਸ, ਹੋਰ ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਛੱਡੀਆਂ ਗਈਆਂ, ਜਿਹਦੇ ਵਿੱਚ ਭੁੱਖੇ ਪਿਆਸੇ ਸਿੰਘ ਜਿਹੜੇ ਸੀ ਉਹਨਾਂ ਗੈਸਾਂ ਦੀ ਬਦੌਲਤ ਬੇਹੋਸ਼ ਹੋ ਗਏ। ਉਸੇ ਬੇਹੋਸ਼ੀ ਦੀ ਹਾਲਤ ਵਿੱਚ ਸਾਨੂੰ ਗ੍ਰਿਫਤਾਰ ਕਰਕੇ ਜਿਹੜਾ ਮਿਲਟਰੀ ਵੱਲੋਂ ਆਪਣੇ ਵੱਖ-ਵੱਖ ਕੈਂਪਾਂ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ ਨਾਭੇ ਦੀ ਜੇਲ੍ਹ ਦੇ ਵਿੱਚੋਂ ਵੀ ਅਨਲੀਗਲੀ ਤੌਰ 'ਤੇ ਲੱਡਾ ਕੋਠੀ ਵਿੱਚ ਲਿਜਾ ਕੇ 15 ਸਿੰਘਾਂ ਦੇ ਗਰੁੱਪਾਂ ਨੂੰ ਲਿਜਾ ਕੇ ਉਹਨਾਂ ਨੂੰ ਟੌਰਚਰ ਕਰਦੇ ਰਹੇ। ਉਸ ਤੋਂ ਬਾਅਦ ਸਾਨੂੰ ਜਿਹੜਾ ਹੈ ਜੋਧਪੁਰ ਦੀ ਜੇਲ੍ਹ ਵਿਖੇ ਭੇਜ ਦਿੱਤਾ ਗਿਆ, ਜਿੱਥੇ ਅਸੀਂ 5 ਸਾਲ ਜੇਲ੍ਹ ਕੱਟ ਕੇ ਅਤੇ ਕੁਝ ਸਿੰਘ ਸਿੱਧੇ ਰਿਹਾ ਕਰ ਦਿੱਤੇ ਕਿ ਕੁਝ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਸਾਂ, ਜਿਨ੍ਹਾਂ 'ਤੇ ਪੁਲਿਸ ਵੱਲੋਂ ਝੂਠੇ ਮੁਕੱਦਮੇ ਦਰਜ ਕੀਤੇ ਗਏ ਸਨ, ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਲਿਆ ਕੇ ਅਤੇ ਉਹਨਾਂ ਨੇ ਜ਼ਮਾਨਤਾਂ 'ਤੇ ਰਿਹਾਈ ਹੋਈ। ਉਸ ਤੋਂ ਬਾਅਦ ਜਿਹੜੇ ਉਹ ਸਬੂਤਾਂ ਦੀ ਘਾਟ ਹੋਣ ਕਰਕੇ ਅਤੇ ਝੂਠੇ ਕੇਸ ਹੋਣ ਕਰਕੇ ਜੋ ਸਾਰੇ ਕੇਸ ਉਹ ਬਰੀ ਹੋ ਗਏ। ਸੋ ਇਹ ਸਨ ਡਾਕਟਰ ਨਰਿੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ 1984 ਦਾ ਦੁਖਾਂਤ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਹੈ। ਉਹ ਸਾਰਾ ਵਾਕਿਆ ਇਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਅਤੇ ਸਾਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ। ਤੁਸੀਂ ਬਣੇ ਰਹੋ ANB TV ਦੇ ਨਾਲ। ਮੈਂ ਸਰਬਜੀਤ ਸਿੰਘ ਖਾਲਸਾ, ਕੈਮਰਾਮੈਨ ਵਿਜੇ ਦੇ ਨਾਲ।